हाँ जी, ਆਪਾਂ ਇਸ ਲੈਕਚਰ ਦੇ ਵਿੱਚ ਕਰਨਾ ਹੈ ਰਿਵਾਈਜ਼ਡ ਐਜੂਕੇਸ਼ਨ ਪਾਲਿਸੀ 1992। ਤਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 1986 ਸੀਗੀ, ਤਾਂ ਇਸ ਦਾ ਜਿਹੜਾ ਇਵੈਲੂਏਸ਼ਨ ਕੀਤਾ ਗਿਆ। ਤਾਂ ਇਸ ਦੇ ਲਈ ਜਿਹੜੀਆਂ ਦੋ ਕਮੇਟੀਜ਼ ਨੇ ਇਹਨਾਂ ਦਾ ਗਠਨ ਕੀਤਾ ਗਿਆ। ਫਸਟ ਸੀਗੀ ਰਾਮਾ ਮੂਰਤੀ ਕਮੇਟੀ 1990 ਅਤੇ ਸੈਕਿੰਡ ਸੀਗੀ ਜਨਾਰਦਨ ਰੈਡੀ ਕਮੇਟੀ 1992। ਤਾਂ ਇਹਨਾਂ ਦੋਨਾਂ ਕਮੇਟੀਆਂ ਨੇ ਇਸ 1990 ਜਿਹੜਾ 86 ਦੇ ਵਿੱਚ ਆਪਣੀ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਸੀਗੀ ਉਸ ਦੇ ਵਿੱਚ ਸੁਝਾਅ ਕਰਨ ਦੇ ਜਿਹੜੇ ਸਲਾਹ ਹੈ ਇਸ ਦੇ ਵਿੱਚ ਦਿੱਤੀ ਹੈ। ਤਾਂ ਇਸ ਕਮੇਟੀ ਦੀ ਜਿਹੜੀ ਸਥਾਪਨਾ ਹੈ ਉਹ ਰਾਸ਼ਟਰੀ ਜਨਤਾ ਦਲ ਦੀ ਸਰਕਾਰ ਦੁਆਰਾ ਪ੍ਰੋਫੈਸਰ ਰਾਮਾ ਮੂਰਤੀ ਦੀ ਪ੍ਰਧਾਨਗੀ ਹੇਠ ਹੋਈ ਸੀ। ਤਾਂ ਇਸ ਕਮੇਟੀ ਦੇ ਜਿਹੜੇ 17 ਮੈਂਬਰ ਨੇ, ਤਾਂ ਇਹਨਾਂ ਦਾ ਇਸ ਕਮੇਟੀ ਦਾ ਜਿਹੜਾ ਮੁੱਖ ਆਦੇਸ਼ ਸੀ ਕਿ ਜਿਹੜੀ ਆਪਾਂ ਕੀਤੀ ਸੀਗੀ 1986 ਐਜੂਕੇਸ਼ਨ ਪਾਲਿਸੀ, ਤਾਂ ਉਹਦੇ ਵਿੱਚ ਸੁਧਾਰ ਕਰਨਾ। ਤਾਂ ਇਸ ਸੰਬੰਧੀ ਜਿਹੜੀ ਰਿਪੋਰਟ ਹੈ ਉਹ 1991 ਨੂੰ ਰਿਪੋਰਟ ਹੈ ਜਿਹੜੀ ਉਹ ਸੌਂਪੀ ਗਈ। ਤਾਂ ਇਸ ਕਮੇਟੀ ਦੇ ਵਿੱਚ ਕੀ ਕੁਛ ਮਤਲਬ ਕਿ ਸੁਝਾਅ ਨੇ ਉਹ ਸੀਗਾ ਛੋਟੇ ਬੱਚਿਆਂ ਦੀ ਦੇਖਭਾਲ ਅਤੇ ਸਿੱਖਿਆ, ਹਰੇਕ ਪ੍ਰਾਇਮਰੀ ਅਤੇ ਹਾਈ ਸਕੂਲਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ, ਵੰਚਿਤ ਵਰਗ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਅਤੇ ਆਂਗਣਵਾੜੀ ਜਿਹਦੇ ਵਿੱਚ ਆਪਾਂ ਛੋਟੇ ਬੱਚਿਆਂ ਨੂੰ ਮਤਲਬ ਕਿ ਸਿੱਖਿਆ ਲਈ ਭੇਜਦੇ ਹਾਂ ਉਹਨਾਂ ਨੂੰ ਚਾਲੂ ਕਰਨਾ। ਉਸ ਤੋਂ ਅੱਗੇ ਸਰਵ ਵਿਆਪੀ ਮੁੱਢਲੀ ਪ੍ਰਾਇਮਰੀ ਸਿੱਖਿਆ ਜਿਸ ਦੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਜਿਹੜੀ ਸਿੱਖਿਆ ਹੈ ਸਰਵ ਵਿਆਪਕ ਦਾਖਲਾ ਹੋਵੇ, ਉਹਨਾਂ ਦਾ ਕੁਆਲਿਟੀ ਦੀ ਉਹਨਾਂ ਨੂੰ ਮਤਲਬ ਐਜੂਕੇਸ਼ਨ ਉਹਨਾਂ ਨੂੰ ਵਧੀਆ ਦਿੱਤੀ ਜਾਵੇ, ਸਿੱਖਿਆ ਦੀ ਯੋਜਨਾ ਦੇ ਪ੍ਰਬੰਧ ਵਿੱਚ ਭਾਗੀਦਾਰੀ ਨੂੰ ਵਧਾਉਣਾ। ਇਸ ਤੋਂ ਇਲਾਵਾ ਐਜੂਕੇਸ਼ਨ ਆਫ SC ਐਂਡ ST ਐਂਡ ਐਜੂਕੇਸ਼ਨਲ ਬੈਕਵਰਡ, ਭਾਵ ਕਿ ਇਹਨਾਂ ਮਤਲਬ ਕਿ ਜਾਤਾਂ ਜਾਂ ਇਹਨਾਂ ਕਬੀਲਿਆਂ ਦੇ ਨਾਲ ਜਿਹੜੇ ਵਰਗ ਸੰਬੰਧ ਰੱਖਦੇ ਨੇ ਉਹਨਾਂ ਦੀ ਸਿੱਖਿਆ ਦੇ ਲਈ ਵਿਸ਼ੇਸ਼ ਪ੍ਰਬੰਧ ਕਰਨੇ। ਅਤੇ ਇਸ ਤੋਂ ਇਲਾਵਾ ਵੋਕੇਸ਼ਨਲ ਜਿਹੜੀ ਐਜੂਕੇਸ਼ਨ ਹੈ ਉਹ 9th ਕਲਾਸ ਤੋਂ ਲੈ ਕੇ ਮਤਲਬ ਕਿ 12th ਕਲਾਸ ਤੱਕ +2 ਤੱਕ ਦਾ ਜਿਹੜਾ ਇਹ ਹੈ ਉਸ ਨੂੰ ਇਸ ਦੇ ਵਿੱਚ ਸ਼ਾਮਲ ਕਰਨਾ। ਤਾਂ ਇੱਛਤ ਸਮੂਹ ਜਿਹਦੇ ਵਿੱਚ ਕੀ ਹੈ ਬੱਚਿਆਂ ਦੇ ਕੋਰਸਾਂ ਦੇ ਲਈ ਉਸ ਦੇ ਵਿੱਚ ਆਪਸ਼ਨਲ ਗਰੁੱਪ ਹੋਣਗੇ ਜਾਂ ਜਨਰਲ ਕੋਰ ਹੋਊਗਾ ਜਾਂ ਵੋਕੇਸ਼ਨਲ ਕੋਰ, ਕੁਛ ਕੁ ਸਬਜੈਕਟ ਹੋਣਗੇ ਜੋ ਹਰ ਇੱਕ ਲਈ ਕੰਪਲਸਰੀ ਹੋਣਗੇ, ਕੁਛ ਕੁ ਆਪਸ਼ਨਲ ਹੋਣਗੇ। ਤਾਂ ਇਸ ਤਰ੍ਹਾਂ ਦੀ ਵੰਡ ਹੈ ਜਿਹੜੀ ਉਹ ਕੀਤੀ ਗਈ। ਤਾਂ ਇਸ ਤਰ੍ਹਾਂ ਇਸ ਦੇ ਵਿੱਚ ਕੀ ਹੈ ਬੱਚਿਆਂ ਨੂੰ ਟੈਕਨੋਲੋਜੀ ਸਿੱਖਿਆ, ਅਧਿਆਪਕ ਸਿੱਖਿਆ ਨੂੰ ਲੈ ਕੇ ਵੀ ਸੁਝਾਅ ਦਿੱਤੇ ਗਏ। ਤਾਂ ਵਰਤਮਾਨ ਅਧਿਆਪਕ ਸਿੱਖਿਆ ਸਿਧਾਂਤਕ ਹੈ, ਇਹ ਸਕੂਲ ਸਿੱਖਿਆ ਕਾਲਜ ਅਤੇ ਯੂਨੀਵਰਸਿਟੀ ਤੋਂ ਅਲੱਗ ਹੈ। ਸਕੂਲ ਦੀਆਂ ਵਾਰਸਤਿਕ ਪ੍ਰਸਥਿਤੀਆਂ ਨੇ ਜਿਹੜੀਆਂ ਉਹ ਢੁਕਵੀਆਂ ਨਹੀਂ, ਵਿਦਿਆਰਥੀ ਆਪਣਾ ਸੰਵੇਦਨਾਤਮਕ ਜਿਹੜਾ ਪੱਖ ਹੈ ਉਹ ਸਿੱਖਿਆ ਸੰਸਥਾਵਾਂ ਵਿੱਚ ਪੂਰਨ ਤੌਰ 'ਤੇ ਭੁਲਾ ਦਿੱਤਾ ਗਿਆ। ਤਾਂ ਮੁਲਾਂਕਣ ਪ੍ਰੀਖਣ ਪ੍ਰਣਾਲੀ ਉੱਤੇ ਆਧਾਰਿਤ ਨਹੀਂ। ਤਾਂ ਇਸ ਕਮੇਟੀ ਨੇ ਹੇਠ ਲਿਖੇ ਜਿਹੜੇ ਸੁਝਾਅ ਨੇ ਉਹ ਦਿੱਤੇ, ਜਿਸ ਦੇ ਵਿੱਚ ਕੀ ਹੈ ਕਿ ਅਧਿਆਪਕਾਂ ਦੀ ਟ੍ਰੇਨਿੰਗ ਦੇ ਲਈ ਜਿਹੜੀ ਵਿਵਸਥਾ ਹੈ ਉਹ ਕੀਤੀ ਗਈ ਹੈ। ਜਿਵੇਂ NCERT ਹੈ ਜਿਹੜੀ ਉਹ ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੰਦੀ ਹੈ। ਸਧਾਰਨ ਸੁਝਾਅ ਦਿੱਤੇ ਗਏ ਕਿ ਸਮਾਜਿਕ ਸਮਾਨਤਾ ਹੋਵੇ, ਲਿੰਗ ਆਧਾਰ 'ਤੇ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ, ਨਿੱਜੀ ਸਕੂਲਾਂ ਨੂੰ ਸਾਂਝਾ ਸਕੂਲਾਂ 'ਚ ਪਰਿਵਰਤਨ ਕਰ ਲੈਣਾ। ਤਾਂ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਬਹੁਤ ਸਾਰੀਆਂ ਨੀਤੀਆਂ ਨੇ ਉਹਨਾਂ ਸੰਬੰਧੀ ਸੁਝਾਅ। ਉਸ ਤੋਂ ਅੱਗੇ ਕੀ ਹੈ ਕਿ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵਿਸ਼ੇਸ਼ ਪ੍ਰਬੰਧ ਮਤਲਬ ਕਿ ਸਿੱਖਿਆ ਦਿੱਤੀ ਜਾਵੇ। ਤਾਂ ਇਸ ਤਰ੍ਹਾਂ ਇਸ ਨੀਤੀ ਦੀ ਪਰਿਵਰਤਨ ਦੀ ਜਿਹੜੀ ਨੀਤੀ ਹੈ ਉਹ 1992 ਦੇ ਵਿੱਚ ਹੋਣ ਦੇ ਵਿੱਚ ਆਈ। ਤਾਂ ਇਸ ਬਦਲੀ ਹੋਈ ਕੇਂਦਰ ਸਰਕਾਰ ਪਹਿਲਾਂ ਦੀ ਸਰਕਾਰ ਦੁਆਰਾ ਬਣਾਈ ਸਿੱਖਿਆ ਨੀਤੀ ਦਾ ਮੁੜ ਨਿਰੀਖਣ ਕਰਨਾ ਸ਼ੁਰੂ ਕੀਤਾ। ਤਾਂ ਇਹਨਾਂ ਨੇ 1991 ਦੇ ਵਿੱਚ ਇੱਕ ਕਮੇਟੀ ਹੈ ਜਿਹੜੀ ਉਹ ਆਂਧਰਾ ਪ੍ਰਦੇਸ਼ ਦੇ ਜਿਹੜੇ CM ਸੀ ਕਿ ਜਨਾਰਦਨ ਰੈਡੀ, ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਦੇ ਵਿੱਚ ਕੁਛ ਕੁ ਜਿਹੜਾ ਇਸ ਨੀਤੀ ਦਾ ਇਵੈਲੂਏਸ਼ਨ ਕਰਕੇ ਇਸ ਨੀਤੀ ਨੂੰ ਵਿੱਚ ਸੁਝਾਅ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ। ਤਾਂ ਇਸ ਕਮੇਟੀ ਨੇ ਮਹਿਸੂਸ ਕੀਤਾ ਕਿ ਪ੍ਰੋਗਰਾਮ ਆਫ ਐਜੂਕੇਸ਼ਨ ਵਿੱਚ ਪਰਿਵਰਤਿਤ ਵਿਕਾਸ ਦੇ ਅਨੁਸਾਰ ਮੁੜ ਨਿਰੀਖਣ ਦੀ ਜ਼ਰੂਰਤ ਹੈ। ਤਾਂ ਇਸ ਜ਼ਰੂਰਤ ਦੇ ਆਧਾਰ 'ਤੇ ਇਸ ਦੇ ਵਿੱਚ ਜਿਹੜੀ ਇਹ ਨੀਤੀ ਹੈ ਉਸ ਦੇ ਵਿੱਚ ਸੋਧ ਕੀਤਾ ਗਿਆ। ਤਾਂ ਇਸ ਦੀ ਜਿਹੜੀ ਨੀਤੀ ਹੈ ਉਸ ਦਾ ਜਿਹੜੀਆਂ ਫੀਚਰਸ ਨੇਗੀਆਂ ਉਹਨਾਂ ਦਾ ਵਰਣਨ ਹੈ। ਨਿਚੋੜ ਅਤੇ ਸਿੱਖਿਆ ਦੀ ਭੂਮਿਕਾ, ਜੇ ਸਰਬਪੱਖੀ ਵਿਕਾਸ ਹੋਵੇ, ਸੰਸਕ੍ਰਿਤੀ ਦਾ ਵਿਕਾਸ ਹੋਵੇ, ਮਾਨਵ ਸ਼ਕਤੀ ਦਾ ਵਿਕਾਸ ਹੋਵੇ, ਇੱਕ ਅਦੁੱਤੀ ਨਿਵੇਸ਼ ਖਰਚ। ਅਤੇ ਰਾਸ਼ਟਰੀ ਸਿੱਖਿਆ ਪ੍ਰਣਾਲੀ ਨੈਸ਼ਨਲ ਸਿਸਟਮ ਆਫ ਐਜੂਕੇਸ਼ਨ ਕਿਹੋ ਜਿਹਾ ਹੋਣਾ ਚਾਹੀਦਾ ਜੋ ਕਿ ਪਹਿਲਾਂ ਤੋਂ ਸੀਗਾ ਕਿ 10+2+3 ਜਿਹਦੇ ਵਿੱਚ ਕੀ ਹੈ 10 ਸਾਲਾਂ ਦੇ ਅੱਗੇ ਹੋਰ ਟੁਕੜੇ ਕੀਤੇ ਜਾਣ ਦੇ ਸੰਬੰਧ ਮੁੱਢਲੀ ਪ੍ਰਣਾਲੀ, ਜਿਸ ਵਿੱਚ 5 ਸਾਲ ਦੀ ਪ੍ਰਾਇਮਰੀ ਅਤੇ 3 ਸਾਲ ਦੀ ਅੱਪਰ, 2 ਸਾਲ ਦੀ ਹਾਈ, ਅਤੇ ਉਸ ਤੋਂ ਬਾਅਦ +2 ਪੱਧਰ 'ਤੇ ਜਿਹੜਾ ਨੈਕਸਟ 3 ਸਾਲ ਉਸ ਡਿਗਰੀ ਕੋਰਸ ਨੂੰ ਸ਼ਾਮਲ ਕੀਤਾ ਗਿਆ।
ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਜੋ ਕਿ ਕਿਸੇ ਨਾ ਕਿਸੇ ਪੱਧਰ 'ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਦੇ ਯਤਨ ਕਰ ਰਹੀਆਂ ਨੇ, ਜਿਹਦੇ ਵਿੱਚ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਜਾਂ NCERT ਜਾਂ SCERT ਜਾਂ ਜੋ ਵੀ ਸੰਸਥਾਵਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਸੰਸਥਾਵਾਂ ਨੂੰ ਕੀ ਸਹਾਇਤਾ ਕਰ ਰਹੀਆਂ ਨੇਗੀਆਂ ਉਹਨਾਂ ਦਾ। ਨੈਕਸਟ ਹੈ ਸਮਾਨਤਾ ਲਈ ਸਿੱਖਿਆ, ਕਿ ਜਿਹੜੀ 1986 ਦੀ ਨੀਤੀ ਵਿੱਚ ਸਮਾਨਤਾ ਸਿੱਖਿਆ ਦੀ ਹੇਠ ਲਿਖੇ ਉਪਬੰਧ ਕੀਤੇ ਗਏ, ਜਿਹਦੇ ਵਿੱਚ ਕੀ ਹੈ ਇਸਤਰੀਆਂ ਦੀ ਸਿੱਖਿਆ ਦੇ ਜਾਂ ਲਈ ਉਹ ਕੀਤੇ ਗਏ ਅਨੁਸੂਚਿਤ ਜਾਤੀ, ਮਤਲਬ ਕਿ ਹਰ ਇੱਕ ਵਰਗ ਨੂੰ ਬਿਨਾਂ ਕਿਸੇ ਭੇਦਭਾਵ ਦੀ ਸਿੱਖਿਆ ਦੇ ਪ੍ਰਬੰਧ ਕੀਤੇ ਗਏ। ਤਾਂ ਇਸ ਦੇ ਵਿੱਚ ਕੀ ਹੈ ਜਿਹੜੇ ਸੁਧਾਰ ਕੀਤੇ ਗਏ ਕਿ ਅਨੁਸੂਚਿਤ ਜਾਤੀ ਦੀ ਜਿਹੜੀ ਸਿੱਖਿਆ ਹੈ ਇਹਨਾਂ ਖੇਤਰਾਂ ਸਕੂਲ ਇਮਾਰਤਾਂ ਦਾ ਨਿਰਮਾਣ ਵੀ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਇਮਾਰਤਾਂ ਲਈ ਸਿੱਖਿਆ ਦੇ ਆਮ ਫੰਡਾਂ ਦੇ ਨਾਲ ਜਵਾਹਰ ਜਿਹੜਾ ਰੁਜ਼ਗਾਰ ਯੋਜਨਾ ਜਾਂ ਜਾਤੀ ਭਲਾਈ ਸਕੀਮਾਂ, ਤਾਂ ਇਸ ਦੇ ਵਿੱਚ ਕੀ ਹੈ ਕਿ ਇਹਨਾਂ ਜਿਹੜੇ ਮਤਲਬ ਕਿ ਵਰਗ ਨੇ ਇਹਨਾਂ ਨੂੰ ਸਿੱਖਿਆ ਤੋਂ ਇਲਾਵਾ ਜਿਹੜੀ ਉਸ ਤੋਂ ਇਲਾਵਾ ਇਹ ਯੋਜਨਾਵਾਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ। ਰਾਸ਼ਟਰੀ ਸਾਖਰਤਾ ਅਭਿਆਨ ਦੇ ਵਿੱਚ ਕੀ ਹੈ ਕਿ 15 ਤੋਂ ਲੈ ਕੇ 35 ਸਾਲ ਤੱਕ ਦੇ ਹਰੇਕ ਵਿਅਕਤੀ ਨੂੰ ਜਿਹੜਾ ਮਤਲਬ ਕਿ ਸਾਖਰਤਾ ਭਾਵ ਕਿ ਉਸ ਨੂੰ ਸਿੱਖਿਅਤ ਕਰਨਾ, ਤਾਂ ਇਸ ਲਈ ਪੂਰਨ ਸਾਖਰਤਾ ਮੁਹਿੰਮ ਚਲਾਈ ਗਈ। ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਜਾਂ ਰਾਜਨੀਤਿਕ ਦਲ ਇਸ ਜਨ ਸਾਖਰਤਾ ਨੂੰ ਮਜ਼ਬੂਤ ਕਰਨ ਦੇ ਲਈ ਯਤਨ ਨੇ ਜਿਹੜੇ ਉਹ ਕਰਦੀਆਂ ਨੇ। ਤਾਂ ਨੈਕਸਟ ਹੈ ਬਾਲਗ ਅਤੇ ਨਿਰੰਤਰ ਸਿੱਖਿਆ, ਜਿਸ ਦੇ ਵਿੱਚ ਬਾਲਗਾਂ ਨੂੰ ਜਿਹੜੀ ਸਿੱਖਿਆ ਉਹ ਮਤਲਬ ਕਿ ਦਿੱਤੀ ਗਈ। ਬਾਲਗਾਂ ਨੂੰ ਉਹਦੀ ਪਸੰਦ ਦੀ ਸਿੱਖਿਆ ਜਾਰੀ ਰੱਖਣ ਵਿੱਚ ਮਦਦ ਕਰਨ ਲਈ ਵੱਖ-ਵੱਖ ਤਰ੍ਹਾਂ ਦੀ ਸਿੱਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ। ਪੁਸਤਕਾਂ, ਲਾਇਬ੍ਰੇਰੀਆਂ, ਪੜ੍ਹਨ ਕਮਰਿਆਂ ਦਾ ਪ੍ਰਬੰਧ ਕੀਤਾ ਗਿਆ। ਜਨ ਸਮੂਹ ਦੇ ਵਿੱਚ ਮਤਲਬ ਕਿ ਮਾਸ ਮੀਡੀਆ, ਜਿਹਦੇ ਵਿੱਚ ਜਨ ਸੰਚਾਰ ਦੇ ਸਾਧਨਾਂ ਦੇ ਦੁਆਰਾ ਸਿੱਖਿਆ, ਸਿਖਿਆਰਥੀ ਸਮੂਹ ਸੰਗਠਨ, ਦੂਰਵਰਤੀ ਸਿੱਖਿਆ, ਜਿਸ ਦੇ ਵਿੱਚ ਵਿਦਿਆਰਥੀ ਘਰ ਰਹਿ ਕੇ ਜਿਹੜਾ ਸਿੱਖਿਆ ਪ੍ਰਾਪਤ ਕਰ ਸਕਦਾ। ਤਾਂ ਇਸ ਤਰ੍ਹਾਂ ਦੇ ਜਿਹੜੇ ਗੰਭੀਰ ਜਿਹੜੇ ਯਤਨ ਨੇ ਉਹ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਦੇ ਲਈ ਕੀਤੇ ਗਏ। ਵੱਖ-ਵੱਖ ਪੱਧਰਾਂ 'ਤੇ ਸਿੱਖਿਆ ਦਾ ਮੁੜ ਸੰਗਠਨ, ਤਾਂ ਸਿੱਖਿਆ ਦੇ ਜਿਹਦੇ ਵਿੱਚ ਕੀ ਹੈ ਐਲੀਮੈਂਟਰੀ ਐਜੂਕੇਸ਼ਨ, ਜਿਹਦੇ 'ਚ 3 ਐਸਪੈਕਟ ਨੇ ਜਿਹੜੇ ਉਹ ਸ਼ਾਮਲ ਕੀਤੇ ਗਏ। ਤਾਂ ਸਾਰੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦਾਖਲਾ ਅਤੇ 14 ਸਾਲ ਤੱਕ ਦੀ ਉਮਰ ਦੇ ਹਰ ਇੱਕ ਬੱਚੇ ਨੂੰ ਵਿਆਪਕ ਤੌਰ 'ਤੇ ਸਕੂਲ ਦੇ ਵਿੱਚ ਸਿੱਖਿਆ ਪ੍ਰੋਵਾਈਡ ਕਰਾਉਣੀ। ਸਕੂਲੀ ਸਹੂਲਤਾਂ ਆਪਰੇਸ਼ਨ ਬਲੈਕਬੋਰਡ, ਜਿਹਦੇ ਵਿੱਚ ਸਕੂਲ ਦੇ ਵਿੱਚ ਜ਼ਰੂਰੀ ਜਿਹੜੀਆਂ ਵਸਤਾਂ ਦਾ ਪ੍ਰਬੰਧ ਕੀਤਾ ਗਿਆ, ਚਾਹੇ ਕਮਰੇ ਹੋਣ, ਚਾਹੇ ਹੁਣ ਟੀਚਰ ਹੋਣ ਜਾਂ ਅਧਿਆਪਕਾਂ ਵੱਲੋਂ ਵਰਤੀ ਜਾਣ ਵਾਲੀ ਜਿਹੜੀ ਸਮੱਗਰੀ ਹੈ। ਅਤੇ ਇਸ ਤੋਂ ਇਲਾਵਾ ਨਾਲ ਦੀ ਨਾਲ ਜਿਹੜਾ ਇਹ ਵੀ ਜ਼ਰੂਰੀ ਕੀਤਾ ਗਿਆ ਕਿ ਸਕੂਲ ਦੇ ਵਿੱਚ ਜਿਹੜਾ 50% ਜਿਹੜੀ ਭਰਤੀ ਹੈ ਉਹ ਇਸਤਰੀ ਕੀਤੀ ਜਾਵੇ। ਤਾਂ ਇਸ ਤੋਂ ਇਲਾਵਾ ਆਪਰੇਸ਼ਨ ਬਲੈਕਬੋਰਡ ਨੂੰ ਅੱਪਰ ਪ੍ਰਾਇਮਰੀ ਤੱਕ ਵਧਾਇਆ ਜਾਵੇ। ਸਕੂਲ ਇਮਾਰਤਾਂ ਦਾ ਨਿਰਮਾਣ ਹੈ ਜਿਹੜਾ GRY ਫੰਡਾਂ ਤੋਂ ਪ੍ਰਾਪਤ ਕੀਤਾ ਜਾਵੇ। ਗੈਰ ਰਸਮੀ ਸਿੱਖਿਆ, ਜਿਹਦੇ ਵਿੱਚ ਕਿ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ। ਉਸ ਤੋਂ ਬਾਅਦ ਕੁਆਲਿਟੀ ਦੀ ਜਿਹੜੀ ਐਜੂਕੇਸ਼ਨ ਹੈ ਉਹ ਪ੍ਰੋਵਾਈਡ ਕਰਵਾਈ ਜਾਵੇ। ਇੱਕ ਮਤਲਬ ਕਿ ਨਿਸ਼ਚਾ ਨਵੀਂ ਸਿੱਖਿਆ ਨੀਤੀ ਵਿਚਾਲੇ, ਜਿਹਦੇ ਵਿੱਚ ਕੀ ਹੈ ਕਿ ਸਕੂਲ ਛੱਡ ਜਾਣ ਵਾਲੇ ਜਿਹੜੇ ਬੱਚੇ ਮਤਲਬ ਕਿ ਡਰੋਪ ਹੋ ਜਾਂ ਸਕੂਲ ਛੱਡ ਜਾਂਦੇ ਨੇ ਉਹਨਾਂ ਦੀ ਸਮੱਸਿਆ ਦੇ ਹੱਲ ਨੂੰ ਉੱਚ ਪਹਿਲ ਦੇਵੇਗੀ ਅਤੇ ਸੂਖਮ ਨਿਯੋਜਨ ਆਧਾਰ 'ਤੇ ਦੇਸ਼ ਭਰ ਦੇ ਵਿੱਚ ਮੁੱਢਲੇ ਪੱਧਰ 'ਤੇ ਲਾਗੂ ਕਰੇਗੀ। ਤਾਂ ਬਹੁਤ ਸਾਵਧਾਨ ਸੂਤਰੀਕਰਨ ਕੀਤੀਆਂ ਗਈਆਂ ਰਣਨੀਤੀਆਂ, ਜਿਹਦੇ ਵਿੱਚ ਕੀ ਹੈ ਕਿ ਗੈਰ ਰਸਮੀ ਸਿੱਖਿਆ ਦੇ ਨੈੱਟਵਰਕ ਨਾਲ ਪੂਰਨ ਰੂਪ 'ਚ ਤਾਲਮੇਲ ਸ਼ਾਮਲ ਕੀਤਾ ਜਾਵੇਗਾ। ਤਾਂ ਜਿਹੜੀ ਮਤਲਬ ਕਿ 21ਵੀਂ ਸਦੀ ਵਿੱਚ ਦਾਖਲ ਹੋਣ ਤੋਂ ਪਹਿਲਾਂ 14 ਸਾਲ ਤੱਕ ਦੀ ਉਮਰ ਦੇ ਸਾਰੇ ਬੱਚੇ ਨੂੰ ਸੰਤੋਖਜਨਕ, ਗੁਣਾਤਮਕ, ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕੀਤੀ। ਸੈਕੰਡਰੀ ਜਿਹੜੀ ਐਜੂਕੇਸ਼ਨ ਹੈ ਉਹਦੇ ਵਿੱਚ ਕੀ ਹੈ ਵਿਸ਼ਾਲ ਘੇਰਾ, ਜਿਹਦੇ ਵਿੱਚ ਕੀ ਹੈ ਲੜਕੀਆਂ, SC ST ਹਰ ਇੱਕ ਵਰਗ ਦੇ ਮਤਲਬ ਕਿ ਵਿਅਕਤੀ ਨੂੰ ਸਿੱਖਿਆ ਪ੍ਰਦਾਨ ਕਰੀ ਦਿੱਤੀ ਜਾਊਗੀ। ਅਤੇ ਇਸ ਸਿੱਖਿਆ ਦੇ ਵਿੱਚ ਸਾਇੰਸ, ਵਪਾਰ, ਵੋਕੇਸ਼ਨਲ, ਟੈਕਨੋਲੋਜੀ, ਅਨੇਕਾਂ ਤਰ੍ਹਾਂ ਦੀ ਜਿਹੜੀ ਸਿੱਖਿਆ ਹੈ ਉਹ ਦਿੱਤੀ ਜਾਊਗੀ। ਗਤੀ ਨਿਰਧਾਰਿਤ ਕਰਨ ਵਾਲੇ ਸਕੂਲ, ਨਵੋਦਿਆ ਸਕੂਲ, ਜਿਵੇਂ ਆਪਾਂ ਪਹਿਲਾਂ ਕੀਤਾ ਸੀਗਾ ਕਿ ਮਤਲਬ ਕਿ ਪਿੰਡਾਂ ਦੇ ਵਿੱਚ ਵਧੀਆ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲਈ ਜਿਹੜੀ ਨਵੋਦਿਆ ਸਕੂਲਾਂ ਦੀ ਜਿਹੜੀ ਵਿਵਸਥਾ ਹੈ ਕੀਤੀ ਗਈ। ਉਹਨਾਂ ਦੇ ਵਿੱਚ ਮਤਲਬ ਕਿ ਸਰਵ ਵਿਆਪੀ ਦਾਖਲਾ ਹੈ ਜਿਹੜਾ ਉਹ ਕਰਵਾਇਆ ਗਿਆ। ਤਾਂ ਇਸ ਤਰ੍ਹਾਂ ਕਿ ਇਹਨਾਂ ਦਾ ਵਿਆਪਕ ਮੰਤਵ ਉੱਤਮਤਾ, ਸਮਾਨਤਾ ਅਤੇ ਸਮਾਜਿਕ ਨਿਆਂ, ਪੇਂਡੂ ਖੇਤਰਾਂ, ਮਤਲਬ ਕਿ ਹਰ ਇੱਕ ਵਰਗ ਨੂੰ ਇਸ ਦੇ ਵਿੱਚ ਐਡਮਿਸ਼ਨ, ਅਤੇ ਦੇਸ਼ ਦੇ ਵੱਖ-ਵੱਖ ਹਿੱਸੇ ਦੇ ਪ੍ਰਤਿਭਾਸ਼ਾਲੀ ਬੱਚੇ ਮਤਲਬ ਕਿ ਜਿਹੜੇ ਗਿਫਟਡ ਚਾਈਲਡ ਨੇ ਉਹਨਾਂ ਨੂੰ ਇਕੱਠੇ ਰਹਿਣ ਅਤੇ ਆਪਣੀ ਸਮਰੱਥਾ ਵਿਕਸਿਤ ਕਰਨ ਦੇ ਮੌਕੇ ਨੇ ਜਿਹੜੇ ਉਹ ਦਿੱਤੇ ਗਏ। ਤਾਂ ਇਸ ਤੋਂ ਇਲਾਵਾ ਵੋਕੇਸ਼ਨਲਾਈਜੇਸ਼ਨ ਜਿਹੜੀ ਸਿੱਖਿਆ ਦਾ ਕਿੱਤਾ ਹੀ ਕਰਨਾ ਤਾਂ ਕਿ ਉਹ ਸਵੈ ਨਿਰਭਰ ਹੋ ਸਕਣ, ਤਾਂ ਇਹ ਸ਼ਾਮਲ ਕੀਤਾ ਗਿਆ। ਲਚਕੀਲਾਪਣ, ਕਿੱਤੇ ਸਿੱਖਿਆ ਇੱਕ ਅਲੱਗ ਹੈ ਜਿਸ ਨੂੰ ਆਮ ਸਿੱਖਿਆ ਤੋਂ ਵੱਖ ਹੋ ਕੇ ਦੇਖਣ ਦੀ ਲੋੜ ਹੈ। ਵਿਦਿਆਰਥੀ ਨੂੰ ਇਸ ਕਾਬਲ ਬਣਾਉਣਾ ਕਿ ਉਹ ਵੱਖ-ਵੱਖ ਕਿੱਤਿਆਂ ਜੋ ਅਲੱਗ-ਅਲੱਗ ਖੇਤਰਾਂ ਵਿੱਚ ਉਸ ਮਤਲਬ ਕਿ ਆਪਣਾ ਰੁਜ਼ਗਾਰ ਹੈ ਉਹ ਸਥਾਪਿਤ ਕਰ ਸਕੇ। ਟੀਚਾ ਨੀਤੀ ਵਿੱਚ ਇਹ ਪ੍ਰਸਤਾਵ ਹੈ ਕਿ ਸੰਨ 1995 ਦੇ ਵਿੱਚ ਸੈਕੰਡਰੀ ਸਿੱਖਿਆ ਪ੍ਰਾਪਤ ਕਰ ਰਹੇ ਕੁੱਲ ਬੱਚਿਆਂ ਦਾ 10% ਅਤੇ ਸੰਨ 2000 ਤੱਕ 25% ਬੱਚੇ ਕਿੱਤੇ ਹੀ ਸਿੱਖਿਆ ਪ੍ਰਾਪਤ ਕਰਨ, ਤਾਂ ਕਿ ਉਹਨਾਂ ਮਤਲਬ ਕਿ ਇਸ ਦੇ ਨਾਲ ਇਹ ਵੀ ਦੇਖਿਆ ਗਿਆ ਕਿ ਕਿੰਨੇ ਬੱਚੇ ਨੇ ਹੁਣ ਤੱਕ ਰੁਜ਼ਗਾਰ ਪ੍ਰਾਪਤ ਕੀਤਾ। ਤਾਂ ਅੱਗੇ ਹੈਗਾ ਹਾਇਰ ਐਜੂਕੇਸ਼ਨ, ਜਿਹਦੇ ਵਿੱਚ ਖੁਦ ਮੁਖਤਿਆਰੀ ਕਮਿਸ਼ਨ,
ਜਿਹਦੇ ਵਿੱਚ ਕਿ ਸੋਧੀ ਸਿੱਖਿਆ ਨੀਤੀ ਇਸ ਗੱਲ ਦੀ ਸਿਫਾਰਿਸ਼ ਕਰਦੀ ਹੈ ਕਿ ਉਚੇਰੀ ਸਿੱਖਿਆ ਤੇਜ਼ੀ ਨਾਲ ਉੱਨਤੀ ਤੇ ਅਧਿਆਪਨ ਦੇ ਵਿੱਚ ਸੁਧਾਰ ਹੋਵੇ। ਓਪਨ ਯੂਨੀਵਰਸਿਟੀਆਂ ਦੇ ਮਤਲਬ ਕਿ ਡਿਸਟੈਂਸ ਐਜੂਕੇਸ਼ਨ ਇਗਨੂ ਯੂਨੀਵਰਸਿਟੀ ਸਥਾਪਿਤ ਹੋਵੇ, ਰਾਸ਼ਟਰੀ ਓਪਨ ਸਕੂਲ, ਤੇ ਇਸ ਤੋਂ ਇਲਾਵਾ ਟੈਕਨੀਕਲ ਤੇ ਜਿਹੜਾ ਮੈਨੇਜਮੈਂਟ ਐਜੂਕੇਸ਼ਨ ਹੈ ਉਹ ਵੀ ਇਸ ਦੇ ਵਿੱਚ ਪ੍ਰੋਵਾਈਡ ਕਰਾਈ ਹੋਵੇ। ਵਿਸ਼ਾ ਸਮੱਗਰੀ ਤੇ ਸਿੱਖਿਆ ਦਾ ਨਵੀਨੀਕਰਨ, ਇਹਦੇ ਵਿੱਚ ਜਨਸੰਖਿਆ ਸਿੱਖਿਆ, ਜਿਹਦੇ ਵਿੱਚ ਮਤਲਬ ਇਸ ਤਰ੍ਹਾਂ ਕਿ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ 'ਤੇ ਬੱਚਿਆਂ ਨੂੰ ਜਨਸੰਖਿਆ ਦੇ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਕਿ ਇਸ ਵੱਧ ਰਹੀ ਜਨਸੰਖਿਆ ਦੇ ਕੀ ਨੁਕਸਾਨ ਹੋ ਸਕਦੇ ਨੇ, ਇਹਨਾਂ ਸਾਰੀਆਂ ਚੀਜ਼ਾਂ ਦਾ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਤੇ ਜਿਹੜਾ ਪਰਿਵਾਰ ਨਿਯੋਜਨ ਹੈ ਉਹਨਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਨਾ। ਰਾਸ਼ਟਰੀ ਪ੍ਰੀਖਿਆ ਸੁਧਾਰ ਢੰਗ, ਜਿਹਦੇ ਵਿੱਚ ਜਿਹੜਾ ਮਤਲਬ ਕਿ ਐਗਜ਼ਾਮੀਨੇਸ਼ਨ ਸਿਸਟਮ ਉਸ ਦੇ ਸੁਧਾਰ ਕੀਤਾ ਗਿਆ। ਅਤੇ ਉਸ ਤੋਂ ਅੱਗੇ ਹੈ ਸਿੱਖਿਆ ਦਾ ਪ੍ਰਬੰਧ, ਸ਼ਿਕਾਇਤਾਂ ਦਾ ਨਿਵਾਰਨ, ਜਿਹਦੇ ਵਿੱਚ ਕੀ ਹੈ ਨੀਤੀ ਨਾਲ ਅਧਿਆਪਕਾਂ ਦੇ ਨਾਲ ਸੰਬੰਧਿਤ ਮਸਲਿਆਂ ਦੇ ਨਿਪਟਾਰੇ ਦੇ ਲਈ ਇੱਕ ਵਿੱਦਿਅਕ ਟ੍ਰਿਬਿਊਨਲ ਦੀ ਸਥਾਪਨਾ ਬਾਰੇ ਕਿਹਾ ਗਿਆ, ਜਿਸ ਦੇ ਵਿੱਚ ਕੀ ਹੈ ਕਿ ਜੋ ਵੀ ਸਿੱਖਿਆ ਦੇ ਨਾਲ ਸੰਬੰਧਿਤ ਜਿਹੜੀਆਂ ਸ਼ਿਕਾਇਤਾਂ ਨੇ ਉਹਨਾਂ ਸ਼ਿਕਾਇਤਾਂ ਨੂੰ ਇਸ ਦੇ ਵਿੱਚ ਸੁਣਿਆ ਜਾਵੇਗਾ। ਤਾਂ ਇਸ ਤਰ੍ਹਾਂ ਇਹ NP 1992 ਦੁਆਰਾ ਮੁੜ ਸੋਧ ਕੀਤੀ ਗਈ ਵਿਧੀ ਹੈ, ਜਿਸ ਦੇ ਦੁਆਰਾ ਜਿਹੜੀਆਂ ਇਸੇ ਤਰ੍ਹਾਂ ਪ੍ਰੌੜ ਸਿੱਖਿਆ ਮਾਮਲੇ 'ਚ ਪ੍ਰੋਗਰਾਮ ਆਫ ਐਕਸ਼ਨ 1992, ਤਾਂ ਇਸ ਤਰ੍ਹਾਂ ਦੇ ਅਨੇਕਾਂ MLL ਜਿਹਦੇ ਵਿੱਚ ਨਿਮਨ ਸਿੱਖਣ ਪੱਧਰ ਸ਼ਾਮਲ ਕੀਤਾ ਗਿਆ। ਤਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਇਸ ਦੇ ਵਿੱਚ ਸ਼ਾਮਲ ਕੀਤੇ ਗਏ, ਜਿਸ ਦੇ ਵਿੱਚ ਸਿੱਖਿਆ ਨਾਲ ਸੰਬੰਧਿਤ ਜਿਹੜੀਆਂ ਸ਼ਿਕਾਇਤਾਂ ਨੇ ਉਹਨਾਂ ਨੂੰ ਦੂਰ ਕਰਨ ਦੇ ਯਤਨ ਕੀਤੇ ਗਏ। ਥੈਂਕ ਯੂ।